ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ ਆਦੇਸ਼ ਆਦੇਸ਼। ਅੱਜ ਤੋਂ ਲੜੀਵਾਰ ਸ਼ੁਰੂ ਕਰਦੇ ਹਾਂ ਜੀ ਗਰੁੜ ਪੁਰਾਣ ਜੀ ਦੀ ਕਥਾ। ਸ਼੍ਰੀ ਗਰੁੜ ਪੁਰਾਣ ਜੀ ਇਹਦੀ ਕਥਾ ਬਾਰੇ ਸੁਣਦੇ ਹਾਂ। ਸਾਰੇ ਭੈਣ ਭਰਾਵਾਂ ਨੇ ਕਮੈਂਟ ਦੇ ਵਿੱਚ ਜੈ ਭੋਲੇਨਾਥ, ਜੈ ਹਰ ਹਰ ਮਹਾਦੇਵ ਕਮੈਂਟ ਜ਼ਰੂਰ ਕਰਨਾ ਜੀ। ਅਤੇ ਆਪਾਂ ਅੱਜ ਤੋਂ ਗਰੁੜ ਪੁਰਾਣ ਦੀ ਕਥਾ ਸ਼ੁਰੂ ਕਰਨ ਜਾ ਰਹੇ ਹਾਂ। ਦੇਖੋ ਜੀ, ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ। ਲਓ ਜੀ, ਓਮ ਸ਼੍ਰੀ ਗਣੇਸ਼ਾਏ ਨਮః, ਓਮ ਸ਼੍ਰੀ ਗਣੇਸ਼ਾਏ ਨਮঃ, ਓਮ ਸ਼੍ਰੀ ਗਣੇਸ਼ਾਏ ਨਮঃ। ਸ੍ਰੀ ਧਰਮਰਾਜਾਏ ਨਮః, ਓਮ ਸ੍ਰੀ ਧਰਮਰਾਜਾਏ ਨਮঃ। ਗਰੁੜ ਪੁਰਾਣ ਪੰਜਾਬੀ ਭਾਸ਼ਾ ਪਹਿਲਾ ਅਧਿਆਇ। ਸ੍ਰੀ ਵਿਸ਼ਨੂੰ ਭਗਵਾਨ ਮਨ ਇੱਕ ਬ੍ਰਿਸ਼ ਹੈ, ਧਰਮ ਜਿਸ ਦੀ ਪੱਕੀ ਜੜ੍ਹ ਹੈ, ਵੇਦ ਜਿਸ ਦੇ ਟਾਹਣ ਹਨ, ਪੁਰਾਣ ਜਿਸ ਦੀਆਂ ਟਾਹਣੀਆਂ ਹਨ, ਜੱਗ ਜਿਸ ਦਾ ਫਲ ਹੈ, ਮੁਕਤੀ ਜਿਸ ਦਾ ਫਲ ਹੈ। ਇਹੋ ਜਿਹੇ ਮਧੂਸੂਦਨ ਭਗਵਾਨ ਰੂਪੀ ਬ੍ਰਿਸ਼ ਦੀ ਜੈ ਹੋਵੇ ਅਤੇ ਇਸ ਨੂੰ ਮੇਰੀ ਨਮਸਕਾਰ ਹੈ। ਚੱਲਦੇ ਹਾਂ ਅੱਜ ਵਿਧੀ ਮੁਤਾਬਕ ਪੜ੍ਹਾਂਗੇ ਆਪਾਂ, ਅਤੇ ਸਰਵਣ ਜ਼ਰੂਰ ਕਰਿਓ। ਇਹਦੇ ਵਿੱਚ ਕਾਫੀ ਕੁਛ ਲਿਖਿਆ ਹੋਇਆ ਜੋ ਲੋਕਾਂ ਨੂੰ ਅੱਜ ਦੇ ਦੌਰ ਵਿੱਚ ਜ਼ਰੂਰੀ ਹੈ। ਬਹੁਤ ਨਿਯਮ ਹੈ ਇਹਦੇ ਵਿੱਚ ਜਿਹੜੇ ਕਿ ਜ਼ਰੂਰੀ ਹੈ ਬੰਦੇ ਲਈ। ਚੱਲਦੇ ਹਾਂ ਕਥਾ ਵੱਲ। ਇੱਕ ਸਮੇਂ ਦੇਵਤੇ ਆਪਣੇ ਖੇਤਰ ਨਮਸਰਣਿਆਂ ਵਿੱਚ ਸੌਨਕ ਆਦਿ 88,000 ਰਿਸ਼ੀਆਂ ਸਮੇਤ ਸਵਰਗ ਦੀ ਪ੍ਰਾਪਤੀ ਵਾਸਤੇ 1000 ਵਰ੍ਹੇ ਦਾ ਸਮਾਪਤ ਹੋਣ ਵਾਲਾ ਯੱਗ ਕਰ ਰਹੇ ਸਨ। ਇੱਕ ਦਿਨ ਸਵੇਰੇ ਹਵਨ ਆਦਿ ਕਰਨ ਤੋਂ ਪਿੱਛੋਂ ਬੈਠੇ ਹੋਏ ਉਹਨਾਂ ਮੁਨੀਆਂ ਨੇ ਸ੍ਰੀ ਸੁੱਤ ਜੀ ਮਹਾਰਾਜ ਦਾ ਸਨਮਾਨ ਕਰਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਪੁੱਛਿਆ ਕਿ ਹੇ ਸੁੱਤ ਜੀ ਮਹਾਰਾਜ, ਆਪ ਨੇ ਅਤੀ ਅੰਤ ਸੁੱਖ ਦੇਣ ਵਾਲੇ ਵੇਦ ਮਾਰਗ ਦਾ ਬੜੀ ਚੰਗੀ ਤਰ੍ਹਾਂ ਵਰਣਨ ਕੀਤਾ ਹੈ। ਹੁਣ ਅਸੀਂ ਆਪ ਤੋਂ ਅਤੀ ਅੰਤ ਭਿਆਨਕ ਜਮ ਮਾਰਗ ਦਾ ਬਿਰਤਾਂਤ ਅਤੇ ਉਸ ਤੋਂ ਪੈਦਾ ਹੋਣ ਵਾਲੇ ਦੁੱਖਾਂ ਨੂੰ ਨਾਸ਼ ਕਰਨ ਦੇ ਸਾਧਨ ਸੁਣਨਾ ਚਾਹੁੰਦੇ ਹਾਂ। ਇਸ ਲਈ ਆਪ ਕਿਰਪਾ ਕਰੋ, ਇਸ ਲੋਕ ਅਤੇ ਪਰਲੋਕ ਦੇ ਦੁੱਖਾਂ ਦਾ ਸਹੀ ਰੂਪ ਵਿੱਚ ਵਰਣਨ ਕਰੋ। ਰਿਸ਼ੀਆਂ ਦੀ ਇਹ ਪ੍ਰੇਮ ਭਰੀ ਬੇਨਤੀ ਸੁਣ ਕੇ ਸੁੱਤ ਜੀ ਕਹਿਣ ਲੱਗੇ, ਹੇ ਰਿਸ਼ੀਓ ਅਤੇ ਮੁਨੀਓ, ਆਪ ਦੀ ਇੱਛਾ ਅਨੁਸਾਰ ਹੁਣ ਅਸੀਂ ਧਰਮੀ ਪੁਰਸ਼ਾਂ ਨੂੰ ਸੁੱਖ ਦੇਣ ਵਾਲੇ, ਪਾਪੀ ਮਨੁੱਖਾਂ ਨੂੰ ਦੁੱਖ ਦੇਣ ਵਾਲੇ ਅਤੀ ਅੰਤ ਕਠਿਨ ਯਮ ਮਾਰਗ ਦਾ ਬਿਰਤਾਂਤ ਵਰਣਨ ਕਰਦੇ ਹਾਂ। ਇਸ ਜਦੋਂ ਸਵਰਗ ਨਰਕ ਜਦੋਂ ਬੰਦਾ ਮਰਦਾ ਉਦੋਂ ਮਗਰੋਂ ਦਾ ਜੋ ਬਿਰਤਾਂਤ ਆ ਉਹ ਹੈ। ਇਹੋ ਪ੍ਰਸ਼ਨ ਇੱਕ ਸਮੇਂ ਗਰੁੜ ਜੀ ਨੇ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੀ ਸੇਵਾ ਵਿੱਚ ਕੀਤਾ ਸੀ। ਭਗਵਾਨ ਵਿਸ਼ਨੂੰ ਜੀ ਨੇ ਗਰੁੜ ਜੀ ਦੀ ਪ੍ਰਸ਼ਨ ਦਾ ਜੋ ਉੱਤਰ ਦਿੱਤਾ, ਅਸੀਂ ਉਹ ਇਤਿਹਾਸ ਮੈਂ ਆਪ ਨੂੰ ਸੁਣਾਉਂਦਾ ਹਾਂ। ਆਸ ਹੈ ਕਿ ਇਸ ਇਤਿਹਾਸ ਨੂੰ ਸੁਣ ਕੇ ਆਪ ਦੇ ਸਭ ਸ਼ੰਕੇ ਨਿਵਰਤ ਹੋ ਜਾਣਗੇ ਅਤੇ ਆਪ ਨੂੰ ਸਭ ਜਾਣਕਾਰੀ ਪ੍ਰਾਪਤ ਹੋ ਜਾਵੇਗੀ। ਕਿਸੇ ਸਮੇਂ ਵੈਕੁੰਠ ਵਿੱਚ ਬੜੇ ਆਨੰਦ ਨਾਲ ਬੈਠੇ ਹੋਏ ਸਭ ਸੰਸਾਰ ਦੇ ਗੁਰੂ ਸ਼੍ਰੀ ਵਿਸ਼ਨੂੰ ਜੀ ਭਗਵਾਨ ਅੱਗੇ ਗਰੁੜ ਜੀ ਨੇ ਬੇਨਤੀ ਕਰਕੇ ਪੁੱਛਿਆ ਕਿ ਹੇ ਭਗਵਾਨ ਜੀ, ਆਪ ਨੇ ਮੈਨੂੰ ਭਗਤੀ ਦੇ ਅਨੇਕਾਂ ਮਾਰਗ ਅਤੇ ਭਗਤਾਂ ਦੀ ਉੱਤਮ ਗਤੀ ਦੇ ਕਈ ਤਰ੍ਹਾਂ ਦੇ ਵਰਣਨ ਕਰਕੇ ਦੱਸਿਆ ਹੈ। ਹੁਣ ਮੈਂ ਆਪ ਤੋਂ ਅਤੀ ਅੰਤ ਭਿਆਨਕ ਜਮ ਮਾਰਗ ਦਾ ਬਿਰਤਾਂਤ ਸੁਣਨਾ ਚਾਹੁੰਦਾ ਹਾਂ। ਮੈਂ ਸੁਣਿਆ ਹੈ ਕਿ ਜਿਹੜੇ ਮਨੁੱਖ ਆਪ ਦੀ ਭਗਤੀ ਨਹੀਂ ਕਰਦੇ ਉਹ ਜਮ ਲੋਕ ਨੂੰ ਜਾਂਦੇ ਹਨ। ਹੇ ਮਹਾਰਾਜ, ਮਨੁੱਖਾਂ ਦੀ ਜੀਵ ਉਸ ਦੇ ਆਪਣੇ ਵੱਸ ਵਿੱਚ ਹੈ, ਇਸ ਲਈ ਆਪ ਦਾ ਨਾਮ ਜਪਣਾ ਬੜਾ ਸੁਖੈਨ ਕਾਰਜ ਹੈ। ਫਿਰ ਵੀ ਜਿਹੜੇ ਮਨੁੱਖ ਨਰਕ ਵਿੱਚ ਜਾਂਦੇ ਹਨ ਉਹਨਾਂ ਨੀਚ ਪੁਰਸ਼ਾਂ ਨੂੰ ધિੱਕਾਰ ਹੈ। ਹੇ ਭਗਵਾਨ, ਪਾਪੀਆਂ ਦੀ ਜੋ ਬੁਰੀ ਦਸ਼ਾ ਹੁੰਦੀ ਹੈ ਅਤੇ ਜਮ ਲੋਕ ਦੇ ਮਾਰਗ ਵਿੱਚ ਉਹਨਾਂ ਨੂੰ ਜਿਹੜੇ ਦੁੱਖ ਮਿਲਦੇ ਹਨ ਉਹਨਾਂ ਦਾ ਵਰਣਨ ਆਪ ਮੈਨੂੰ ਸੁਣਾਉਣ ਦੀ ਕਿਰਪਾ ਕਰੋ। ਗਰੁੜ ਜੀ ਦੀ ਬੇਨਤੀ ਸੁਣ ਕੇ ਸ਼੍ਰੀ ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ, ਹੇ ਪੰਛੀ ਰਾਜ,
ਸੁਣੋ ਪਾਪੀ ਮਨੁੱਖ ਜਿਸ ਮਾਰਗ ਰਾਹੀਂ ਯਮਲੋਕ ਨੂੰ ਜਾਂਦੇ ਹਨ, ਉਹ ਸੁਣਨ ਵਿੱਚ ਬੜਾ ਭਿਆਨਕ ਹੈ। ਜਿਹੜੇ ਮਨੁੱਖ ਸਦਾ ਬੁਰੇ ਕਰਮ ਕਰਦੇ ਰਹਿੰਦੇ ਹਨ, ਦਇਆ ਅਤੇ ਧਰਮ ਤੋਂ ਦੂਰ ਰਹਿੰਦੇ ਹਨ, ਬੁਰੀ ਸੰਗਤ ਵਿੱਚ ਫਸੇ ਰਹਿੰਦੇ ਹਨ, ਸਤਸੰਗ ਨਹੀਂ ਕਰਦੇ, ਵੇਦਾਂ ਅਤੇ ਸ਼ਾਸਤਰਾਂ ਨੂੰ ਨਾ ਪੜ੍ਹਦੇ ਹਨ ਅਤੇ ਨਾ ਹੀ ਸੁਣਦੇ ਹਨ, ਜਿਹੜੇ ਮਨੁੱਖ ਆਪਣੇ ਅਹੰਕਾਰ ਵਿੱਚ ਗ੍ਰਸੇ ਕਿਸੇ ਨਾਲ ਨਿਮਰਤਾ ਵਾਲਾ ਵਰਤਾਵ ਨਹੀਂ ਕਰਦੇ, ਧਨ ਦੇ ਮਾਣ ਵਿੱਚ ਜੋ ਅਸਰੀ ਭਾਵ ਵਿੱਚ ਘਿਰੇ ਰਹਿੰਦੇ ਹਨ ਅਤੇ ਦੇਵੀ ਸੰਪਤੀ ਤੋਂ ਰਹਿਤ ਹਨ, ਮਾਇਆ ਮੋਹ ਦੇ ਜਾਲ ਵਿੱਚ ਫਸ ਕੇ ਜਿਨ੍ਹਾਂ ਦਾ ਮਨ ਧਨ ਅਤੇ ਪਰ ਇਸਤਰੀ ਵਿੱਚ ਗਲਤਾਨ ਰਹਿੰਦਾ ਹੈ, ਜੋ ਕਾਮ ਤੇ ਭੋਗ ਵਿੱਚ ਫਸੇ ਹੋਏ ਹਨ, ਇਹੋ ਜਿਹੇ ਮਨੁੱਖ ਅਪਵਿੱਤਰਤਾ ਨਰਕ ਵਿੱਚ ਡਿੱਗਦੇ ਹਨ। ਜਿਹੜੇ ਗਿਆਨਵਾਨ ਮਨੁੱਖ ਹਨ ਉਹ ਪਰਮ ਗਤੀ ਨੂੰ ਪ੍ਰਾਪਤ ਕਰਦੇ ਹਨ, ਯਾਨੀ ਕਿ ਮੁਕਤੀ ਨੂੰ ਪ੍ਰਾਪਤ ਕਰਦੇ ਹਨ। ਜਿਹੜੇ ਮਨੁੱਖ ਪਾਪੀ ਹਨ ਉਹ ਬੜੇ ਦੁੱਖ ਨਾਲ ਯਮ ਦੇ ਕਸ਼ਟ ਭੋਗਦੇ ਹਨ। ਪਾਪੀ ਲੋਕ ਮਰਨ ਤੋਂ ਬਾਅਦ ਯਮ ਦੇ ਕਸ਼ਟਾਂ ਨੂੰ ਜਿਵੇਂ ਭੋਗਦੇ ਹਨ, ਉਹਨਾਂ ਦਾ ਵਰਣਨ ਸੁਣੋ। ਪਹਿਲੇ ਜਨਮ ਦੇ ਸੰਚਿਤ ਪੁੰਨ ਅਤੇ ਪਾਪ ਕਰਮਾਂ ਦੇ ਫਲਾਂ ਨੂੰ ਭੋਗ ਕੇ ਮਨੁੱਖ ਦੇ ਸਰੀਰ ਵਿੱਚ ਕੁਝ ਬੁਰੇ ਕਰਮ ਦੇ ਬਾਕੀ ਰਹਿ ਜਾਣ ਕਰਕੇ ਕਈ ਰੋਗ ਪੈਦਾ ਹੋ ਜਾਂਦੇ ਹਨ। ਫਿਰ ਮਾਨਸਿਕ ਅਤੇ ਸਰੀਰਕ ਕਸ਼ਟਾਂ ਸਮੇਤ ਹੋਰ ਜੀਵਨ ਦੀ ਆਸ਼ਾ ਕਰਦੇ ਹੋਏ ਵੀ ਜੀਵ ਨੂੰ ਬਿਨਾਂ ਜਾਣੇ ਹੀ ਬਲਵਾਨ ਕਾਲ ਸੱਪ ਵਾਂਗ ਘੇਰ ਲੈਂਦਾ ਹੈ। ਇੰਨੇ ਹੋਣ 'ਤੇ ਵੀ ਉਸ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਗਿਆਨ ਪੈਦਾ ਨਹੀਂ ਹੁੰਦਾ। ਜਿਸ ਇਸਤਰੀ ਦੇ ਪੁੱਤਰਾਂ ਦੀ ਉਸ ਨੇ ਆਪ ਪਾਲਣਾ ਕੀਤੀ ਸੀ, ਬਿਰਧ ਹੋ ਜਾਣ ਤੋਂ ਬਾਅਦ ਉਹਨਾਂ ਦੇ ਆਸਰੇ ਘਰ ਵਿੱਚ ਰਹਿ ਕੇ ਉਹਨਾਂ ਦੇ ਦਿੱਤੇ ਹੋਏ ਟੁਕੜਿਆਂ ਨੂੰ ਕੁੱਤਿਆਂ ਵਾਂਗ ਖਾਂਦਾ ਹੈ। ਰੋਗਾਂ ਕਰਕੇ ਪੇਟ ਦੀ ਅਗਨੀ ਮੰਦ ਹੋ ਜਾਣ ਕਰਕੇ ਖਾਣਾ ਵੀ ਘਟ ਜਾਂਦਾ ਹੈ। ਫਿਰਨ ਤੁਰਨ ਦੀ ਤਾਕਤ ਵੀ ਨਹੀਂ ਰਹਿੰਦੀ। ਕਫ ਨਾਲ ਜਦੋਂ ਨਾੜੀਆਂ ਰੁਕ ਜਾਂਦੀਆਂ ਹਨ, ਜਦੋਂ ਪ੍ਰਾਣ ਵਾਯੂ ਸਰੀਰ ਤੋਂ ਨਿਕਲਣ ਦਾ ਯਤਨ ਕਰਦੀ ਹੈ, ਤਦ ਉਸ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਖੰਘ ਨਾਲ ਦੁਖੀ ਹੋਏ ਉਸ ਮਨੁੱਖ ਦੇ ਗਲੇ ਤੋਂ ਘਰ ਘਰ ਦੀ ਆਵਾਜ਼ ਨਿਕਲਦੀ ਰਹਿੰਦੀ ਹੈ। ਸੰਬੰਧੀਆਂ ਨਾਲ ਘਿਰਿਆ ਹੋਇਆ ਉਹ ਲੰਮਾ ਪਿਆ ਸੋਚਾਂ ਸੋਚਦਾ ਹੈ ਕਿ ਕਾਲ ਦੀ ਫਾਹੀ ਵਿੱਚ ਫਸਿਆ ਹੋਇਆ ਉਹ ਬੋਲ ਵੀ ਨਹੀਂ ਸਕਦਾ। ਇਸ ਤਰ੍ਹਾਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਚਿੰਤਾ ਵਿੱਚ ਗ੍ਰਸਿਆ ਉਹ ਮਨੁੱਖ ਆਪਣੇ ਸੰਬੰਧੀਆਂ ਦੇ ਸਾਹਮਣੇ ਬੜੇ ਕਸ਼ਟ ਨਾਲ ਮਰ ਜਾਂਦਾ ਹੈ। ਉਸ ਸਮੇਂ ਉਸ ਦੀ ਦਿਵਯ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਸਾਰਾ ਜਗਤ ਇੱਕ ਆਕਾਰ ਪ੍ਰਤੀਤ ਹੁੰਦਾ ਹੈ। ਇਸ ਲਈ ਉਹ ਮੂੰਹ ਕੁਛ ਨਹੀਂ ਬੋਲ ਸਕਦਾ, ਪਰ ਸਭ ਇੰਦਰੀਆਂ ਦੇ ਸ਼ਿਥਿਲ ਹੋ ਜਾਣ ਕਰਕੇ ਉਸ ਦੀ ਚੇਤਨਾ ਨਸ਼ਟ ਹੋ ਜਾਂਦੀ ਹੈ ਅਤੇ ਜਮਦੂਤਾਂ ਦੇ ਨੇੜੇ ਆ ਜਾਣ ਕਰਕੇ ਪ੍ਰਾਣ ਵਾਯੂ ਚਾਲੂ ਹੋ ਜਾਂਦੀ ਹੈ। ਜਿਸ ਵੇਲੇ ਪ੍ਰਾਣ ਵਾਯੂ ਚਾਲੂ ਹੋ ਜਾਂਦੀ ਹੈ, ਉਸ ਸਮੇਂ ਇੱਕ ਪਲ ਯੁਗਾਂ ਵਾਂਗ ਬੀਤਦਾ ਹੈ ਅਤੇ ਸੈਂਕੜੇ ਬਿੱਛੂਆਂ ਦੇ ਡੰਗਣ ਜਿੰਨੀ ਪੀੜਾ ਹੁੰਦੀ ਹੈ। ਉਸ ਵੇਲੇ ਉਸ ਦੇ ਮੂੰਹ ਤੋਂ ਝੱਗ ਨਿਕਲਣ ਲੱਗਦੀ ਹੈ ਅਤੇ ਲਾਲਾਂ ਵਗਦੀਆਂ ਹਨ। ਪਾਪੀਆਂ ਦੇ ਪ੍ਰਾਣ ਹੇਠਲੇ ਰਸਤੇ ਗੁਦਾ ਜਾਂ ਮੂਤਰ ਵਾਲੇ ਥਾਂ ਰਾਹੀਂ ਨਿਕਲਦੇ ਹਨ। ਉਸ ਵੇਲੇ ਦੋ ਬੜੇ ਭਿਆਨਕ ਰੂਪ ਵਾਲੇ ਯਮਦੂਤ, ਜਿਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੇ ਡੰਡੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਲੰਮੇ ਲੰਮੇ ਵਾਲ ਉੱਪਰ ਵੱਲ ਖੜ੍ਹੇ ਹੁੰਦੇ ਹਨ, ਨੰਗੇ ਸਰੀਰ, ਹੱਥਾਂ ਵਿੱਚ ਫਾਹੀਆਂ ਫੜੀਆਂ ਹੋਈਆਂ, ਕਾਲੇ ਰੰਗ ਵਾਲੇ ਦੰਦ, ਪੀਂਦੇ ਹੋਏ ਟੇਢੇ ਮੂੰਹ ਵਾਲੇ, ਵੱਡੇ ਵੱਡੇ ਨਹੁਆਂ ਵਾਲੇ, ਜਿਨ੍ਹਾਂ ਤੋਂ ਉਹ ਸ਼ਸਤਰ ਦਾ ਕੰਮ ਲੈਂਦੇ ਹਨ, ਆ ਕੇ ਸਿਰ 'ਤੇ ਖੜ੍ਹੇ ਹੋ ਜਾਂਦੇ ਹਨ। ਉਹਨਾਂ ਭਿਆਨਕ ਜਮਦੂਤਾਂ ਨੂੰ ਵੇਖ ਕੇ ਡਰ ਦੇ ਮਾਰਿਆਂ ਉਸ ਮਨੁੱਖ ਦੀ ਟੱਟੀ ਅਤੇ ਪਿਸ਼ਾਬ ਵਿੱਚ ਨਿਕਲ ਜਾਂਦਾ ਹੈ। ਇਸ ਤਰ੍ਹਾਂ ਚੀਕਦਾ ਹੋਇਆ ਉਹ ਮਨੁੱਖ ਜਮਦੂਤਾਂ ਰਾਹੀਂ ਕੱਢਿਆ ਜਾਂਦਾ ਹੈ। ਅੰਗੂਠੇ ਜਿੰਨਾ ਸੂਖਮ ਸਰੀਰ ਪਾਉਂਦਾ ਹੈ, ਆਪਣੇ ਘਰ ਵਿੱਚ ਹੀ ਜਮਦੂਤਾਂ ਦੇ ਹੱਥਾਂ ਵਿੱਚ ਫੜਿਆ ਜਾਂਦਾ ਹੈ। ਉਹ ਕਸ਼ਟ ਸਹਿਣਯੋਗ ਉਸ ਸਰੀਰ ਨੂੰ ਘੇਰ ਕੇ ਉਸ ਦੇ ਗਲ ਵਿੱਚ ਫਾਹੀ ਪਾ ਕੇ ਬੜੇ ਜ਼ੋਰ ਨਾਲ ਇਸ ਤਰ੍ਹਾਂ ਧੂ ਕੇ ਲੈ ਜਾਂਦੇ ਹਨ, ਜਿਵੇਂ ਕਿਸੇ ਅਪਰਾਧੀ ਨੂੰ ਸਿਪਾਹੀ ਲੈ ਜਾਂਦੇ ਹਨ। ਹੇ ਗਰੁੜ ਜੀ, ਇਸ ਤਰ੍ਹਾਂ ਯਮਰਾਜ ਦੇ ਦੂਤ ਉਸ ਪਾਪੀ ਮਨੁੱਖ ਨੂੰ ਡਰਾਉਂਦੇ ਧਮਕਾਉਂਦੇ ਹਨ ਅਤੇ ਮਾਰਦੇ ਹੋਏ ਨਰਕਾਂ ਦਾ ਡਰ ਦੱਸਦੇ ਹੋਏ ਲੈ ਕੇ ਜਾਂਦੇ ਹਨ। ਜਮਦੂਤ ਉਸ ਨੂੰ ਕਹਿੰਦੇ ਹਨ, ਉਹ ਪਾਪੀ ਮਨੁੱਖ, ਛੇਤੀ ਚੱਲ, ਦੇਰ ਨਾ ਕਰ, ਹੁਣ ਤੈਨੂੰ ਕੁੰਭੀ ਨਰਕ ਵਿੱਚ ਸੁੱਟਿਆ ਜਾਵੇਗਾ। ਇਸ ਤਰ੍ਹਾਂ ਜਮਦੂਤਾਂ ਦੇ ਬੋਲਾਂ ਤੋਂ
ਆਪਣੇ ਸੰਬੰਧੀਆਂ ਦਾ ਰੋਣਾ ਪਿੱਟਣਾ ਸੁਣ ਕੇ ਉੱਚੀ ਉੱਚੀ ਹਾਹਾਕਾਰ ਕਰਦਾ ਹੈ। ਜਮਦੂਤਾਂ ਦੀ ਮਾਰ ਤੋਂ ਡਰਦਿਆਂ ਉਸ ਦਾ ਹਿਰਦਾ ਪਾੜ ਜਾਂਦਾ ਹੈ। ਉਹ ਕੰਬਣ ਲੱਗ ਜਾਂਦਾ। ਆਪਣੇ ਪਹਿਲੇ ਕੀਤੇ ਹੋਏ ਬੁਰੇ ਕਰਮਾਂ ਨੂੰ ਯਾਦ ਕਰਦਾ ਹੋਇਆ ਉਹ ਜਿਸ ਰਾਹ ਥਾਣੀ ਜਾਂਦਾ ਹੈ ਉੱਥੇ ਉਸ ਨੂੰ ਕੁੱਤੇ ਵੜਦੇ ਹਨ। ਕਿਤੇ ਭੁੱਖ ਤ੍ਰੇਹ ਆਦਿ ਦੁਖੀ ਹੁੰਦਾ ਹੈ, ਕਿਤੇ ਧੁੱਪ ਅਤੇ ਅੱਗ ਵਾਂਗੂ ਤਪੀ ਹੋਈ ਹਵਾ ਵਿੱਚ ਅਤੇ ਕਿਤੇ ਤੱਤੀ ਰੇਤ ਵਾਲੇ ਰਸਤੇ ਵਿੱਚ ਚੱਲਣਾ ਪੈਂਦਾ ਹੈ। ਉਸ ਰਸਤੇ ਵਿੱਚ ਆਰਾਮ ਕਰਨ ਵਾਲੀ ਕੋਈ ਜਗ੍ਹਾ ਨਹੀਂ ਹੁੰਦੀ ਅਤੇ ਨਾ ਹੀ ਉੱਥੇ ਪਾਣੀ ਮਿਲਦਾ ਹੈ। ਜਿੱਥੇ ਉਹ ਕੁਛ ਸਮਾਂ ਸਾਹ ਲੈਣ ਲਈ ਠਹਿਰਦਾ ਹੈ ਉੱਥੇ ਹੀ ਜਮਦੂਤ ਕੋੜੇ ਮਾਰ ਕੇ ਉਸ ਨੂੰ ਅੱਗੇ ਤੋਰਦੇ ਹਨ। ਮਾਰ ਖਾ ਕੇ ਉਹ ਡਿੱਗਦਾ ਢਹਿੰਦਾ ਅਤੇ ਬੇਸੁਰਤ ਹੋਇਆ ਫਿਰ ਅੱਗੇ ਨੂੰ ਚੱਲ ਪੈਂਦਾ ਹੈ। ਇਸ ਅੰਧਕਾਰਮਈ ਰਸਤੇ ਤੋਂ 2 ਜਾਂ 3 ਮੁਹੂਰਤਾਂ ਵਿੱਚ ਉਸ ਮਨੁੱਖ ਨੂੰ ਯਮਲੋਕ ਵਿੱਚ ਪਹੁੰਚਾਇਆ ਜਾਂਦਾ ਹੈ। ਲਓ ਜੀ, ਇੰਨੀ ਕੁ ਕਥਾ ਅੱਜ ਸਰਵਣ ਕਰੋ, ਬਾਕੀ ਕੱਲ੍ਹ ਨੂੰ ਕਰਦੇ ਹਾਂ। ਇਹ ਗਰੁੜ ਪੁਰਾਣ ਜੀ ਦੀ ਕਥਾ, ਜਿਹਦੇ ਵਿੱਚ ਸਵਰਗ ਨਰਕ ਜੋ ਵੀ ਕੁਛ ਆਪਣੇ ਨਾਲ ਉੱਪਰ ਹੁੰਦਾ ਗਾ ਉਹਦੇ ਸਾਰਾ ਵੇਰਵਾ ਦੱਸਿਆ ਵਾ। ਉਹਨਾਂ ਤੋਂ ਬਚਣ ਲਈ ਨਿਯਮ ਆ ਜੋ ਉਹ ਵੀ ਸਾਰੇ ਦੱਸੇ ਵੇ ਆ। ਧੰਨਵਾਦ ਜੀ।